ਧੰਨ ਵਾਹਿਗੁਰੂ ਸਾਹਿਬ ਜੀ। ਗੋੜੀ ਸੁਖਮਨੀ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਸ਼ਲੋਕ। ਆਦਿ ਗੁਰੇ ਨਮః ਜੁਗਾਦਿ ਗੁਰੇ ਨਮః ਸਤਿ ਗੁਰੇ ਨਮঃ ਸ੍ਰੀ ਗੁਰਦੇਵੇ ਨਮః। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੇ ਸਤਸੰਗੀ ਜਨੋ ਅਤੇ ਆਨਲਾਈਨ ਗੁਰਮਤਿ ਕਲਾਸ ਵਿੱਚ ਹਾਜ਼ਰੀਆਂ ਭਰ ਰਹੇ ਸਮੂਹ ਵੀਰ ਅਤੇ ਭੈਣਾਂ, ਜਿਨ੍ਹਾਂ ਨੇ ਕਿ ਮੰਗ ਕੀਤੀ ਸੀ ਕਿ ਸੁਖਮਨੀ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਇਸ ਗੁਰਮਤਿ ਕਲਾਸ ਦੇ ਵਿੱਚ ਆਨਲਾਈਨ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇ। ਸੋ ਅੱਜ ਸੁਖਮਨੀ ਸਾਹਿਬ ਜੀ ਦੇ ਪਹਿਲੇ ਸ਼ਲੋਕ ਦੀ ਆਰੰਭਤਾ ਆਪਾਂ ਕਰਨ ਜਾ ਰਹੇ ਹਾਂ। ਜਿਵੇਂ ਕਿ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਖਮਨੀ ਸਾਹਿਬ ਜੀ ਦੀ ਇਹ ਰਚਨਾ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 262 ਅੰਕ ਉੱਤੇ ਗੌੜੀ ਰਾਗ ਦੇ ਵਿੱਚ ਸੁਭਾਇਮਾਨ ਹੈ। ਸਭ ਤੋਂ ਪਹਿਲਾਂ ਉਸ ਇਸ਼ਟ ਦੀ ਆਰਾਧਨਾ ਹੈ, ਅਕਾਲ ਪੁਰਖ ਦੀ ਆਰਾਧਨਾ ਹੈ, ਜੋ ਸਭ ਤੋਂ ਵੱਡਾ ਹੈ ਅਤੇ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਇੱਕ ਓੰਕਾਰ, ਉਹ ਇੱਕ ਹੈ। ਓੰਕਾਰ ਉਹ ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਵਿਆਪਕ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਜਿਸ ਨੂੰ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਜਲ ਥਲ ਮਈਲ ਪੂਰਿਆ, ਸੁਆਮੀ ਸਿਰਜਣਹਾਰ, ਅਨਿਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਸਤ ਹੈ, ਉਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਅਟਲ ਹੈ। ਉਹ ਗੁਰ ਪ੍ਰਸਾਦ ਐਸਾ ਅਕਾਲ ਪੁਰਖ ਗੁਰੂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਸੋ ਇਸ ਪਾਵਨ ਪਵਿੱਤਰ ਪਹਿਲੇ ਸ਼ਲੋਕ ਵਿੱਚ ਗੁਰਦੇਵ ਪਿਤਾ ਜੀ ਬਖਸ਼ਿਸ਼ ਕਰ ਰਹੇ ਨੇ। ਆਦਿ ਗੁਰੇ ਨਮః ਜੁਗਾਦਿ ਗੁਰੇ ਨਮః ਸਤਿ ਗੁਰੇ ਨਮః ਸ੍ਰੀ ਗੁਰਦੇਵੇ ਨਮః। ਇਸ ਸ਼ਲੋਕ ਦੇ ਅਰਥ ਕਰਨ ਤੋਂ ਪਹਿਲਾਂ ਗੁਰੂ ਸਵਾਰਿਓ, ਸਾਨੂੰ ਜਪਜੀ ਸਾਹਿਬ ਦੇ ਆਰੰਭ ਵਿੱਚ ਨਿਰੰਕਾਰ ਨੂੰ ਸੱਚ ਦੇ ਨਾਮ ਨਾਲ ਯਾਦ ਕਰਦਿਆਂ ਚਾਰ ਤੁਕਾਂ, ਜੋ ਕਿ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਉਸ ਵੱਲ ਸਾਨੂੰ ਧਿਆਨ ਦੇਣਾ ਪਏਗਾ ਤੇ ਯਾਦ ਰੱਖਣਾ। ਨਿਰੰਕਾਰ ਨੂੰ ਸੱਚ ਕਰਕੇ ਲਿਖਿਆ ਹੈ, ਉਹਦੀ ਵਡਿਆਈ, ਉਹਦੀ ਉਸਤਤ ਕੀਤੀ ਗਈ ਹੈ ਕਿ ਉਹ ਸੱਚਾ ਨਿਰੰਕਾਰ ਦੁਨੀਆ ਦੇ ਆਦਿ ਭਾਵ ਮੁੱਢ ਵਿੱਚ ਹੀ ਮੌਜੂਦ ਸੀ। ਜੁਗਾਦ ਸਤਯੁਗ ਭਾਵ ਤ੍ਰੇਤਾ, ਦੁਆਪਰ, ਕਲਯੁਗ ਆਦਿ ਹਰ ਯੁੱਗ ਦੇ ਵਿੱਚ ਮੌਜੂਦ ਰਿਹਾ, ਇਸ ਵੇਲੇ ਵੀ ਮੌਜੂਦ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਮੌਜੂਦ ਹੋਵੇਗਾ। ਜਿਵੇਂ ਆਦਿ ਪੁਰਖ ਤੇਰਾ ਅੰਤ ਨ ਪਾਇਆ ਵਿੱਚ ਨਿਰੰਕਾਰ ਨੂੰ ਆਦਿ ਪੁਰਖ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਆਪ ਜੀ ਜੈਤਸਰੀ ਦੀ ਵਾਰ ਦੀ ਜਦੋਂ ਆਰੰਭਤਾ ਹੁੰਦੀ ਹੈ, ਉੱਥੇ ਵੀ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਨੂੰ ਤੁਸੀਂ ਵਾਰ ਨੂੰ ਪੜ੍ਹਦੇ ਹੋ ਤੇ ਗੁਰਦੇਵ ਪਾਤਸ਼ਾਹ ਉੱਥੇ ਵੀ ਬਖਸ਼ਿਸ਼ ਕਰਦੇ ਨੇ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰਾ। ਤਿਵੇਂ ਹੀ ਸੁਖਮਨੀ ਸਾਹਿਬ ਦੀਆਂ ਜੋ ਅਸੀਂ ਇਹ ਪੰਕਤੀਆਂ ਪੜ੍ਹੀਆਂ ਨੇ ਸ਼ਲੋਕ ਰੂਪ ਦੇ ਵਿੱਚ, ਚਾਰ ਤੁਕਾਂ, ਆਦਿ ਗੁਰੇ ਨਮః ਜੁਗਾਦ ਗੁਰੇ ਨਮః,
ਵਿੱਚ ਨਿਰੰਕਾਰ ਨੂੰ ਗੁਰੂ ਮਹਾਨ ਪੁਰਖ ਦੀ ਪਦਵੀ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਉਸ ਨਿਰੰਕਾਰ ਨੂੰ ਸੰਬੋਧਨ ਕੀਤਾ ਹੈ। ਗੁਰਦੇਵ ਆਖਦੇ ਨੇ, ਮੈਂ ਉਸ ਗੁਰੂ ਨੂੰ ਨਮਸਕਾਰ ਕਰਦਾ ਹਾਂ ਜੋ ਕਿ ਸ੍ਰਿਸ਼ਟੀ ਰਚਨਾ ਦੇ ਆਦਿ ਮੁੱਢ ਵਿੱਚ ਮੌਜੂਦ ਸੀ। ਮੇਰੀ ਉਸ ਗੁਰੂ ਨੂੰ ਵੰਦਨਾ ਹੈ ਜੋ ਜੁਗਾਤ ਹਰ ਯੁੱਗ ਵਿੱਚ ਮੌਜੂਦ ਰਿਹਾ। ਮੈਂ ਉਸ ਸਤਿਗੁਰੂ ਸਦਾ ਅਟਲ ਰਹਿਣ ਵਾਲੇ ਨਿਰੰਕਾਰ ਅੱਗੇ ਸੀਸ ਝੁਕਾਉਂਦਾ ਹਾਂ। ਮੈਂ ਉਸ ਨੂੰ ਮੱਥਾ ਟੇਕਦਾ ਹਾਂ ਜੋ ਗੁਰਦੇਵ ਭਾਵ ਸਭ ਦੇਵਾਂ ਦਾ ਦੇਵ ਅਰਥਾਤ ਸਭ ਤੋਂ ਵੱਡਾ ਹੈ, ਜਿਸ ਨੂੰ ਕਿ ਗੁਰਬਾਣੀ ਵਿੱਚ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਕਰਕੇ ਵੀ ਲਿਖਿਆ ਹੋਇਆ। ਦੂਜੇ ਸ਼ਬਦਾਂ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਇਹ ਜੀਵ ਉਸ ਨਿਰੰਕਾਰ ਦੇ ਚਰਨਾਂ ਵਿੱਚ ਜੁੜ ਕੇ ਇਉਂ ਕਿਹਾ ਕਰ, ਹੇ ਨਿਰੰਕਾਰ, ਹੇ ਦਾਤਾਰ, ਹੇ ਦੁਨੀਆ ਦੇ ਮੁੱਢ ਤੋਂ ਚੱਲੇ ਆ ਰਹੇ ਗੁਰੂ, ਹੇ ਤਿੰਨਾਂ ਕਾਲਾਂ ਵਿੱਚ ਸਦਾ ਅਟਲ ਰਹਿਣ ਵਾਲੇ ਪ੍ਰਭੂ, ਹੇ ਸਭ ਦੇਵਾਂ ਦੇ ਦੇਵ, ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਚੌਪਈ ਸਾਹਿਬ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਉੱਥੇ ਵੀ ਸਤਿਗੁਰੂ ਜੀ ਨੇ ਆਦਿ ਸ਼ਬਦ ਦੀ ਵਰਤੋਂ ਕੀਤੀ ਹੈ। ਗੁਰਦੇਵ ਪਾਤਸ਼ਾਹ ਉੱਥੇ ਵੀ ਕਹਿੰਦੇ ਨੇ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ। ਗੁਰਦੇਵ ਪਾਤਸ਼ਾਹ ਜੀ ਨੇ, ਪੰਚਮ ਪਿਤਾ ਜੀ ਨੇ ਗੁਰਪਦ ਸੰਬੰਧੀ ਇਸੇ ਪ੍ਰਕਾਰ ਕਈ ਪ੍ਰਕਾਰ ਦੇ ਜਿਹੜੇ ਸ਼ੰਕੇ ਨੇ ਉਹ ਦੂਰ ਕਰ ਦਿੱਤੇ ਨੇ। ਭਾਵ ਜੋ ਆਦਿ ਤੋਂ ਹੈ ਉਹ ਨਿਰੰਕਾਰ ਹੀ ਹੈ। ਤੇ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਜੋ ਸ਼ਲੋਕ ਹੈ ਅਤੇ ਇਹਦੇ ਨਾਲ ਜੋ ਅਸ਼ਟਪਦੀ ਉਚਾਰਨ ਕੀਤੀ ਹੈ, ਇਸ ਦੇ ਵਿੱਚ ਆਪ ਜੀ ਵੇਖੋਗੇ ਜਿੱਥੇ ਪਹਿਲੇ ਸ਼ਲੋਕ ਵਿੱਚ ਨਿਰੰਕਾਰ ਨੂੰ ਨਮਸਕਾਰ ਕੀਤੀ ਹੈ, ਪਰਮੇਸ਼ਰ ਨੂੰ ਨਮਸਕਾਰ ਕੀਤੀ ਹੈ, ਉੱਥੇ ਇਸ ਅਸ਼ਟਪਦੀ ਵਿੱਚ ਨਾਮ ਦੀ ਚਰਚਾ ਹੈ, ਸਿਮਰਨ ਦੀ ਚਰਚਾ ਹੈ। ਔਰ ਗੁਰੂ ਸਵਾਰਿਓ, ਸਿੱਖ ਜਗਤ ਵਿੱਚ ਬਹੁਤਾਤ ਵਿੱਚ ਇਹ ਪ੍ਰਸ਼ਨ ਜਿਹੜਾ ਹੈ ਉਹ ਸੰਗਤਾਂ ਵੱਲੋਂ ਕੀਤਾ ਜਾਂਦਾ ਹੈ, ਨਾਮ ਸਿਮਰਨ ਕੀ ਹੈ, ਨਾਮ ਸਿਮਰਨ ਦੀ ਮਹਿਮਾ ਜਿਹੜੀ ਹੈ ਉਹ ਕੀ ਹੈ, ਨਾਮ ਦੇ ਰਾਹੀਂ ਸਾਨੂੰ ਪ੍ਰਾਪਤ ਕੀ ਕੁਝ ਹੁੰਦਾ ਹੈ ਅਤੇ ਨਾਮ ਸਿਮਰਨ ਕਿਵੇਂ ਕਰਨਾ ਚਾਹੀਦਾ। ਇਹ ਮੁੱਢਲੇ ਸਵਾਲ ਹਰ ਇੱਕ ਵਿਅਕਤੀ ਦੇ ਹੁੰਦੇ ਨੇ। ਇਸ ਕਰਕੇ ਇਸ ਅਸ਼ਟਪਦੀ ਦਾ ਜੋ ਭਾਵਾਰਥ ਹੈ ਉਸ ਨੂੰ ਆਪਾਂ ਇਸ ਗੁਰਮਤਿ ਕਲਾਸ ਵਿੱਚ ਜਾਣਨ ਦਾ ਯਤਨ ਕਰੀਏ ਕਿ ਸਤਿਗੁਰੂ ਮਹਾਰਾਜ ਜੀ ਨਾਮ ਦੀ ਮਹਿਮਾ ਕਰ ਰਹੇ ਨੇ ਪਹਿਲੀ ਅਸ਼ਟਪਦੀ ਵਿੱਚ। ਤੇ ਦੂਜੀ ਗੱਲ ਇਹ ਵੇ ਕਿ ਸਾਨੂੰ ਉਸ ਨਿਰੰਕਾਰ ਦਾ ਸਿਮਰਨ ਕਰਨ ਲਈ ਪ੍ਰੇਰਨਾ ਦੇ ਰਹੇ ਨੇ। ਜਿੱਥੇ ਮਹਿਮਾ ਹੈ ਉੱਥੇ ਉਹਦੀ ਨਾਮ ਸਿਮਰਨ ਕਰਨ ਵਾਸਤੇ ਸਾਨੂੰ ਉਤਸ਼ਾਹਿਤ ਕਰ ਰਹੇ ਨੇ, ਪ੍ਰੇਰਨਾ ਵੀ ਦੇ ਰਹੇ ਨੇ। ਇਸ ਲਈ ਸਿਮਰਨ ਦੀ ਮਹਿਮਾ ਵਿੱਚ ਉਚਾਰੀ ਗਈ ਅਸ਼ਟਪਦੀ ਦੀ ਵਿਆਖਿਆ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਨਾਮ ਕੀ ਹੈ ਅਤੇ ਉਸ ਦੇ ਸਿਮਰਨ ਕਰਨ ਤੋਂ ਕੀ ਮੁਰਾਦ ਹੈ, ਕਿਉਂਕਿ ਨਾਮ ਸਿਮਰਨ ਸੰਬੰਧੀ ਜਿੰਨੀ ਸਾਡੀ ਜਾਣਕਾਰੀ ਹੋਵੇਗੀ ਉਤਨਾ ਹੀ ਇਹਨਾਂ ਦੇ ਮਹਾਤਮ ਨੂੰ ਸਮਝਣ ਵਿੱਚ ਸਾਨੂੰ ਆਸਾਨੀ ਹੋਵੇਗੀ। ਇਸ ਸੰਸਾਰ ਵਿੱਚ ਹਰ ਜੀਵ ਕਦੇ ਨਾ ਕਦੇ ਕਿਸੇ ਨਾ ਕਿਸੇ ਮੁਸੀਬਤ, ਦੁੱਖ, ਕਲੇਸ਼ ਜਾਂ ਰੋਗ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ। ਅਗਰ ਇਹਨਾਂ ਦੁੱਖਾਂ, ਤਕਲੀਫਾਂ, ਰੋਗਾਂ, ਕਲੇਸ਼ਾਂ ਦੇ ਕਾਰਨ ਨੂੰ ਲੱਭਣ ਦਾ ਯਤਨ ਕੀਤਾ ਜਾਵੇ ਤਾਂ ਸਾਨੂੰ ਪਤਾ ਲੱਗੇਗਾ ਕਿ ਇਹ ਸਭਨਾਂ ਦਾ ਮੂਲ ਕਾਰਨ ਸਾਡੀ ਲਾਪਰਵਾਹੀ ਜਾਂ ਕੋਈ ਨਾ ਕੋਈ ਭੁੱਲ ਹੁੰਦੀ ਹੈ। ਆਪ ਸਾਰੇ ਜਾਣਦੇ ਹੋ ਕਿ ਨਾਨਕ ਦੁਖੀਆ ਸਭ ਸੰਸਾਰ, ਕਿਸੇ ਨਾ ਕਿਸੇ ਕਾਰਨ ਵਸ ਕੋਈ ਨਾ ਕੋਈ ਦੁਖੀ ਹੈ। ਗੱਲ ਕੀ ਅਸੀਂ ਕੁਦਰਤ ਦੇ ਅਸੂਲਾਂ ਜਾਂ ਸਰਕਾਰ ਅਥਵਾ ਸਮਾਜ ਦੇ ਬਣਾਏ ਹੋਏ ਨਿਯਮਾਂ ਜਾਂ ਕਾਨੂੰਨਾਂ ਦੀ ਪਾਲਣਾ ਨਹੀਂ ਕਰ ਰਹੇ ਹੁੰਦੇ। ਗੁਰਬਾਣੀ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ਜਦੋਂ ਮਨੁੱਖ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ, ਰੱਬ ਨੂੰ ਭੁੱਲ ਜਾਂਦਾ ਹੈ, ਫਿਰ ਵੀ ਰੋਗ ਆ ਕੇ ਇਹਨੂੰ ਘੇਰ ਲੈਂਦੇ ਨੇ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਗੁਰਦੇਵ ਗੁਰੂ ਨਾਨਕ ਸਾਹਿਬ ਨੇ ਤੇ ਕਮਾਲ ਕਰਤਾ, ਕਹਿਣ ਲੱਗੇ ਇੱਕ ਤਿਲ ਜਿੰਨੇ ਸਮੇਂ ਵਾਸਤੇ ਵੀ ਜੇ ਮੈਨੂੰ ਪਰਮੇਸ਼ਰ ਭੁੱਲਦਾ ਹੈ, ਮੇਰਾ ਪਿਆਰਾ ਭੁੱਲਦਾ ਹੈ, ਤਾਂ ਬਹੁਤ ਵੱਡਾ ਜਿਹੜਾ ਰੋਗ ਹੈ ਉਹ ਮੇਰੇ ਮਨ ਵਿੱਚ ਜਨਮ ਲੈ ਲੈਂਦਾ ਹੈ। ਗੁਰਦੇਵ ਦੇ ਉਹ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਸਤਿਗੁਰੂ ਕਹਿੰਦੇ ਨੇ, ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਹਿ। ਕਹਿਣ ਲੱਗੇ ਕਿ ਬਹੁਤ ਵੱਡਾ ਰੋਗ ਜਿਹੜਾ ਆ ਕੇ ਘੇਰਾ ਪਾ ਲੈਂਦਾ ਹੈ। ਪਾਓ ਮਨੁੱਖ ਰੋਗਾਂ ਵਿੱਚ ਗ੍ਰਸਿਆ ਜਾਂਦਾ ਹੈ। ਗੱਲ ਨੂੰ ਆਪਾਂ ਨੇੜੇ ਲਾਈਏ ਕਿ ਇਸ ਗੱਲ ਤੋਂ ਸਾਨੂੰ ਇਹ ਤੇ ਪਤਾ ਲੱਗ ਜਾਂਦਾ ਹੈ ਕਿ ਮਨੁੱਖ ਕਿਸੇ ਰਹਿਬਰ ਦੀ, ਮਹਾਂਪੁਰਖ ਦੀ ਜੇ ਸਿੱਖਿਆ ਨੂੰ ਭੁੱਲ ਜਾਂਦਾ ਹੈ, ਉਪਦੇਸ਼ ਨੂੰ ਭੁੱਲ ਜਾਂਦਾ ਹੈ, ਤਾਂ ਅਨੇਕਾਂ ਹੀ ਮੁਸੀਬਤਾਂ ਆਪਣੇ ਵਾਸਤੇ ਸੇੜ ਲੈਂਦਾ ਹੈ। ਯਾਦ ਰੱਖਣਾ, ਜਿਹੜਾ ਨੌਕਰ ਆਪਣੇ ਮਾਲਕ ਨੂੰ, ਆਪਣੇ ਮਾਲਕ ਦੇ ਦੱਸੇ ਹੁਕਮ ਨੂੰ ਭੁੱਲ ਜਾਂਦਾ ਹੈ, ਜੋ ਵਿਦਿਆਰਥੀ ਆਪਣੇ ਅਧਿਆਪਕ ਨੂੰ ਅਤੇ ਅਧਿਆਪਕ ਦੇ ਦੱਸੇ ਹੋਏ ਨਿਯਮਾਂ ਨੂੰ ਵਿਸਾਰ ਦਿੰਦਾ ਹੈ, ਜੋ ਇਸਤਰੀ ਆਪਣੇ ਪਤੀ ਤੋਂ ਲਾਪਰਵਾਹ ਹੋ ਜਾਂਦੀ ਹੈ, ਜੋ ਚੇਲਾ ਆਪਣੇ ਗੁਰੂ ਦੇ ਉਪਦੇਸ਼ਾਂ ਤੋਂ ਬੇਮੁਖ ਹੋ ਜਾਂਦਾ ਹੈ, ਉਹ ਕਦਮ ਕਦਮ ਤੇ ਗਲਤੀਆਂ ਕਰਦਾ ਹੈ। ਉਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬੁਰਾਈਆਂ ਆ ਜਾਂਦੀਆਂ ਹਨ ਜੋ ਉਸ ਦੇ ਦੁੱਖਾਂ ਦਾ ਕਾਰਨ ਬਣਦੀਆਂ ਹਨ। ਸਾਧ ਸੰਗਤ ਜੀ, ਸਰਬ ਰੋਗ ਕਾ ਔਖਦ ਨਾਮ। ਇਹਨਾਂ ਦੁੱਖਾਂ ਦਾ ਨਿਵਾਰਨ ਕਰਨ ਵਾਸਤੇ ਜੇ ਕੋਈ ਦਾਰੂ ਹੈ, ਦਵਾ ਹੈ, ਤਾਂ ਉਹ ਪਰਮੇਸ਼ਰ ਦਾ ਨਾਮ ਹੈ। ਇਹਨਾਂ ਦੁੱਖਾਂ ਕਲੇਸ਼ਾਂ ਤੋਂ ਨਿਵਰਤੀ ਕਰਾਉਣ ਵਾਸਤੇ ਕੇਵਲ ਇੱਕੋ ਇਲਾਜ ਹੈ ਕਿ ਉਸ ਭੁੱਲ ਦਾ ਦੂਰ ਕਰਨਾ ਤਥਾ ਮਾਲਕ ਦੇ ਨਾਮ ਅਰਥਾਤ ਮਾਲਕ ਦੇ ਉਪਦੇਸ਼, ਹੁਕਮ ਜਾਂ ਦੱਸੇ ਹੋਏ ਨਿਯਮਾਂ ਅਤੇ ਅਸੂਲਾਂ ਦੀ ਯਾਦ ਅਤੇ ਉਹਨਾਂ ਦੀ ਪਾਲਣਾ ਕਰਨਾ ਹੈ। ਇਸੇ ਯਾਦ ਦਾ ਦੂਸਰਾ ਨਾਮ ਹੈ ਸਿਮਰਨ, ਬੰਦਗੀ। ਸੋ ਪ੍ਰਭੂ ਦੇ ਸਿਮਰਨ ਦਾ ਭਾਵ ਪ੍ਰਭੂ ਦੇ ਨਾਮ ਦਾ ਕੇਵਲ ਰੱਟਾ ਲਗਾਉਣਾ ਨਹੀਂ ਹੈ, ਸਗੋਂ ਉਸ ਦੇ ਹੁਕਮ ਦੀ ਯਾਦ ਹੈ। ਉਸ ਮਾਲਕ ਦੀ ਯਾਦ ਵਿੱਚ ਸਵੇਰੇ ਜਾਂ ਸ਼ਾਮ ਕੁਝ ਸਮੇਂ ਲਈ ਮਾਲਾ ਫੜ ਕੇ ਵਿਖਾਵੇ ਵਾਸਤੇ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਜਪਣਾ ਅਤੇ ਫਿਰ ਸਾਰੀ ਦਿਹਾੜੀ ਭਾਈ ਵੀਰ ਸਿੰਘ ਜੀ ਦੇ ਕਥਨ ਅਨੁਸਾਰ ਇਵੇਂ ਕਰੀ ਜਾਣਾ ਕਿ ਧਿਆਨ ਉਸ ਦੇ ਵਿੱਚ ਨਾ ਰੱਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਅਨੁਸਾਰ ਕੋਈ ਕੁਕਰਮ ਕਰਨ ਲੱਗਿਆਂ ਉਸ ਮਾਲਕ ਦਾ ਧਿਆਨ ਵੀ ਨਾ ਆਉਣਾ, ਮਨ ਵਿੱਚ ਇਸ ਗੱਲ ਦਾ ਖਿਆਲ ਵੀ ਨਾ ਆਉਣਾ ਕਿ ਅੱਗੇ ਕਰਨੀ ਕੀਰਤ ਵਾਚੀ ਹੈ ਦੇ ਅਨੁਸਾਰ ਸਾਡੀਆਂ ਕਰਤੂਤਾਂ ਨੂੰ ਵੇਖਿਆ ਜਾਣਾ ਹੈ। ਇਹ ਸਿਮਰਨ ਨਹੀਂ ਹੈ। ਕੋਈ ਹੱਥ ਵਿੱਚ ਛੁਰਾ ਫੜ ਕੇ, ਨਸਤਰ ਫੜ ਕੇ, ਡਾਕਟਰ ਹੈ, ਮੁੱਖ ਤੋਂ ਉਹ ਵਿਖਾਵੇ ਵਾਸਤੇ ਰੱਬ ਦਾ ਸਿਮਰਨ ਵੀ ਕਰ ਰਿਹਾ ਹੈ। ਪਰ ਸਭ ਤੋਂ ਜ਼ਿਆਦਾ ਕਿ ਅਗਰ ਗਲਤ ਪਾਸੇ ਤੁਰ ਰਿਹਾ ਹੈ ਤੇ ਤੁਸੀਂ ਵੇਖੋਗੇ ਕਿ ਉਹਦਾ ਨਛੱਤਰ ਕਿਸੇ ਜੀਵ ਦੀ ਹੱਤਿਆ ਦਾ ਕਾਰਨ ਵੀ ਬਣ ਰਿਹਾ ਹੈ, ਭਰੂਣ ਹੱਤਿਆ ਦਾ ਕਾਰਨ ਵੀ ਬਣ ਰਿਹਾ ਹੈ। ਦੁਕਾਨ ਤੇ ਬੈਠਾ ਬੈਠਾ ਲਾਲਾ ਰਾਮ ਰਾਮ ਬੋਲ ਰਿਹਾ ਹੈ, ਪਰ ਉਹ ਕਿਸੇ ਦਾ ਹੱਕ ਖਾਈ ਜਾ ਰਿਹਾ ਹੈ, ਘੱਟ ਵੱਧ ਤੋਲ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਇਹੋ ਜਿਹੇ ਜਪਣ ਦਾ ਕੋਈ ਫਾਇਦਾ ਨਹੀਂ ਹੈ। ਡਰਨਾ ਚਾਹੀਦਾ ਹੈ। ਉਸ ਮਾਲਕ ਦੇ ਦਰਬਾਰ ਵਿੱਚ ਲੇਖਾ ਜੋਖਾ ਹੋਣਾ ਹੈ। ਅੱਗੇ ਕਰਨੀ ਕੀਰਤ ਵਾਚੀ ਹੈ ਦੀਆਂ ਕਰਤੂਤਾਂ ਵੇਖੀਆਂ ਜਾਣੀਆਂ ਨੇ। ਚੇਤੇ ਰੱਖੋ, ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾ ਸਪਸ਼ਟ ਕਹਿ ਦਿੱਤਾ ਕਿ ਕੇਵਲ ਮੁਖ ਤੋਂ ਰਾਮ ਰਾਮ ਕਿਹਾ ਰਾਮ ਨਹੀਂ ਬਣ ਜਾਈਦਾ, ਭਾਵ ਪ੍ਰਭੂ ਦੇ ਸਿਮਰਨ ਵਿੱਚ ਲੀਨ ਨਹੀਂ ਹੋ ਜਾਈਦਾ, ਉਹਦੇ ਵਰਗੇ ਨਹੀਂ ਬਣ ਸਕਦੇ। ਉਹਦੇ ਵਰਗੇ ਬਣਨ ਵਾਸਤੇ ਸਾਨੂੰ ਉਹਦੇ ਗੁਣ ਆਪਣੇ ਅੰਦਰ ਧਾਰਨ ਕਰਨੇ ਪੈਣਗੇ। ਗੁਜਰੀ ਰਾਗ ਵਿੱਚ ਗੁਰੂ ਅਮਰਦਾਸ ਪਿਤਾ ਜੀ ਬਖਸ਼ਿਸ਼ ਕਰਦੇ ਨੇ, ਰਾਮ ਰਾਮ ਸਭ ਕੋ ਕਹਿ ਰਾਮ ਨਾ ਹੋਏ,
ਗੁਰ ਪ੍ਰਸਾਦੀ RAM ਮਨ ਵਸੈ, ਤਾਂ ਫਲ ਪਾਵੈ ਕੋਇ। ਕਬੀਰ ਸਾਹਿਬ ਜੀ ਨੇ ਵੀ ਬਖਸ਼ਿਸ਼ ਕੀਤੀ। ਕਬੀਰ ਸਾਹਿਬ ਵੀ ਗੌੜੀ ਰਾਗ ਵਿੱਚ ਕਹਿੰਦੇ ਨੇ, ਕਿਆ ਜਪ ਕਿਆ ਤਪ ਸੰਜਮੋ, ਕਿਆ ਬ੍ਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਨੀਐ, ਭਾਉ ਭਗਤ ਭਗਵਾਨ। ਗੁਰੂ ਅਰਜਨ ਸਾਹਿਬ ਜੀ ਨੇ ਬੜਾ ਸਪਸ਼ਟ ਕਹਿ ਦਿੱਤਾ, ਭਾਈ ਜੇ ਤੂੰ ਦੁਕਾਨ ਤੇ ਵੀ ਬੈਠਾ ਹੈ, ਆਪਣੇ ਘਰ ਬੈਠਾ ਹੈ, ਕਾਰੋਬਾਰ ਵਿੱਚ ਬੈਠਾ ਹੈ, ਉੱਠਦਿਆਂ ਬੈਠਦਿਆਂ ਸੌਂਦਿਆਂ ਹਰ ਵੇਲੇ ਤੂੰ ਉਸ ਮਾਲਕ ਨੂੰ ਚੇਤੇ ਰੱਖਣਾ ਹੈ ਆਪਣੇ ਮਨ ਵਿੱਚ, ਉਹਨੂੰ ਵਿਸਾਰਨਾ ਨਹੀਂ ਹੈ, ਉਹਨੂੰ ਭੁਲਾਣਾ ਨਹੀਂ ਹੈ। ਊਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੈ ਚਿਤਾਰੈ, ਉਹਦਾ ਸਿਮਰਨ ਉਹਦਾ ਖਿਆਲ ਤੇਰੇ ਚੇਤੇ ਵਿੱਚ ਹੋਵੇ। ਭਾਉ ਬੰਦਾ ਹਰ ਸਮੇਂ ਹਰ ਹਾਲਤ ਵਿੱਚ ਹਰ ਕਰਮ ਕਰਨ ਲੱਗਿਆ ਉਸ ਮਾਲਕ ਨੂੰ ਚਿਤਾਰੇ, ਚੇਤੇ ਵਿੱਚ ਰੱਖੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਇੱਕ ਵਫਾਦਾਰ ਕੂਕਰ ਜਿਹੜਾ ਹੈ ਚਿੱਤ ਵਿੱਚ ਰੱਖਦਾ ਹੈ। ਉਹ ਬਾਹਰੋਂ ਦੇਖਣ ਨੂੰ ਤਾਂ ਸੁੱਤਾ ਹੋਇਆ ਲੱਗਦਾ ਹੈ, ਪਰ ਅੰਦਰੋਂ ਜਾਗਦਾ ਹੁੰਦਾ ਹੈ। ਉਸ ਦੇ ਕੰਨ ਮਾਲਕ ਦੇ ਘਰ ਦੇ ਦਰਵਾਜ਼ੇ ਵੱਲ ਹੀ ਲੱਗੇ ਹੁੰਦੇ ਹਨ। ਇਸ ਲਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਬਚਨ ਆਖੇ, ਕਹਿਣ ਲੱਗੇ, ਜੇ ਸਿੱਖਿਆ ਹੀ ਲੈਣੀ ਹੈ ਨਾ ਵਫਾਦਾਰੀ ਦੀ, ਤੇ ਕੂਕਰ ਕੋਲੋਂ ਲਈਏ। ਭਜਨ ਕਰਨ ਦਾ ਵੱਲ ਸਿੱਖਣਾ ਹੈ ਤਾਂ ਉਸ ਤੋਂ ਸਿੱਖੀਏ। ਸੁਆਮੀ ਕੋ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਉਹ ਭਲੇ ਪੁਰਸ਼ਾ, ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਸਗੋਂ ਮਾਲਕ ਦਾ ਵਫਾਦਾਰ ਬਣ ਕੇ ਰਹਿੰਦਾ ਹੈ। ਤੈਨੂੰ ਵੀ ਮਾਲਕ ਦਾ ਵਫਾਦਾਰ ਬਣ ਕੇ ਰਹਿਣਾ ਚਾਹੀਦਾ ਹੈ, ਪਰ ਚੇਤੇ ਰੱਖਣਾ ਕਿ ਮਨੁੱਖ ਕੀ ਕਰ ਰਿਹਾ ਹੈ। ਮਨੁੱਖ ਤੇ ਨਾਮ ਦੀ ਮਾਲਾ ਫੇਰੀ ਜਾ ਰਿਹਾ ਹੈ ਤੇ ਮਾਲਕ ਮਾਲਕ ਕਹਿ ਕੇ ਉਸ ਦੇ ਨਾਮ ਦਾ ਰਟਨ ਲਗਾਈ ਜਾਂਦਾ ਹੈ। ਕੀ ਕਰਦਾ ਹੈ? ਕੇਵਲ ਮਾਲਕ ਦੀ ਆਗਿਆ ਦਾ ਪਾਲਣ। ਜਿਸ ਕੰਮ ਦੇ ਲਈ ਮਾਲਕ ਨੇ ਉਸ ਨੂੰ ਰੱਖਿਆ ਹੋਇਆ ਹੈ, ਉਸ ਕੰਮ ਨੂੰ ਪੂਰੀ ਤਰ੍ਹਾਂ ਕਰਨ ਅਤੇ ਜੋ ਦੇਵੇ ਉਸ ਉੱਪਰ ਉਹ ਸੰਤੁਸ਼ਟੀ ਕਰਦਾ ਹੈ। ਜੋ ਵੀ ਮਾਲਕ ਦਿੰਦਾ ਹੈ ਉਹਦੇ ਉੱਤੇ ਸੰਤੁਸ਼ਟੀ ਹੈ, ਸਬਰ ਹੈ। ਉਹ ਕਦੇ ਗਿਲਾ ਸ਼ਿਕਵਾ ਨਹੀਂ ਕਰਦਾ ਮਾਲਕ ਨਾਲ। ਮਨੁੱਖ ਹੈ, ਮਨੁੱਖ ਚਾਰ ਗਿਲੇ ਸ਼ਿਕਵੇ ਜਿਹੜਾ ਹੈ ਉਹ ਮਾਲਕ ਦੇ ਅੱਗੇ ਕਰੀ ਜਾਂਦਾ। ਗੱਲ ਕੀ, ਭਗਤ ਨਾਮਦੇਵ ਜੀ ਵੀ ਸਾਨੂੰ ਕੁਝ ਜਪਣ ਦਾ ਵੱਲ ਸਿਖਾ ਰਹੇ ਨੇ। ਭਗਤ ਨਾਮਦੇਵ ਜੀ ਵੀ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ, ਉਹਨੂੰ ਚੇਤੇ ਵਿੱਚ, ਉਹਨੂੰ ਖਿਆਲ ਵਿੱਚ ਕਿਵੇਂ ਰੱਖਣਾ ਹੈ, ਉਹ ਸਾਨੂੰ ਸਿਖਾਉਂਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਨੇ, ਆਨੀ ਲੈ ਕਾਗਦ ਕਾਟੀ ਲੈ ਗੂਡੀ, ਆਕਾਸ ਮਦੇ ਭਰਮੀਅਲੇ, ਪੰਜ ਜਨਾ ਸੋ ਬਾਤ ਬਤਊਆ, ਚੀਤ ਸੋ ਡੋਰੀ ਰਾਖੀਅਲੇ। ਭਗਤ ਨਾਮਦੇਵ ਜੀ ਕਹਿੰਦੇ ਹਨ ਕਿ हे ਜੀਵ, ਆਪਣੀ ਬਿਰਤੀ ਨੂੰ ਮਾਲਕ ਵਿੱਚ ਇਸ ਤਰ੍ਹਾਂ ਲਗਾ ਜਿਵੇਂ ਗੁੱਡੀ ਉਡਾਣ ਵੇਲੇ, ਪਤੰਗ ਉਡਾਣ ਵੇਲੇ ਬਿਰਤੀ ਜਿਹੜੀ ਹੈ ਆਪਣੀ ਗੁੱਡੀ ਵਿੱਚ, ਉਹਦੀ ਡੋਰੀ ਵਿੱਚ ਹੁੰਦੀ ਹੈ। ਭਾਵੇਂ ਆਸ-ਪਾਸ ਹੋਰ ਵੀ ਕਈ ਨੌਜਵਾਨ ਹੁੰਦੇ ਨੇ, ਗੱਲਾਂ ਬਾਤਾਂ ਕਰਦਾ, ਪਰ ਚਿੱਤ ਡੋਰੀ ਦੇ ਵਿੱਚ। ਜਿਵੇਂ ਪਾਣੀਹਾਰੀਆਂ ਦੀ ਸੁਰਤ ਸਿਰ ਤੇ ਰੱਖੀਆਂ ਹੋਈਆਂ ਮਟਕੀਆਂ ਵਿੱਚ, ਅਤੇ ਜਿਵੇਂ ਕੰਮਕਾਰ ਵਿੱਚ ਰੁੱਝੀ ਹੋਈ ਮਾਂ ਦੀ ਪੰਗੂੜੇ ਦੇ ਵਿੱਚ ਪਏ ਬੱਚੇ ਵਿੱਚ ਧਿਆਨ ਹੁੰਦਾ ਹੈ। ਜਿਸ ਜੀਵ ਦਾ ਸਿਮਰਨ ਇਸ ਪੱਧਰ ਤੇ ਪੁੱਜ ਜਾਂਦਾ ਹੈ, ਜਿਸ ਜੀਵ ਦੇ ਦਿਲ ਵਿੱਚ ਇਹ ਵਸ ਜਾਂਦਾ ਹੈ ਕਿ ਉਹ ਨਿਰੰਕਾਰ ਸਰਵ ਵਿਆਪਕ ਹੈ, ਸਭ ਥਾਵਾਂ ਤੇ ਅਤੇ ਸਭ ਜੀਵਾਂ ਵਿੱਚ ਮੌਜੂਦ ਹੈ, ਉਹ ਦਾਤਾਰ ਅੰਤਰਜਾਮੀ ਹੈ, ਅਰਥਾਤ ਹਰ ਇੱਕ ਦੇ ਹਿਰਦੇ ਦੀ ਜਾਣਨ ਵਾਲਾ ਹੈ। ਉਹ ਜੀਵ ਕਦੇ ਬੁਰੇ ਕਰਮ ਨਹੀਂ ਕਰਦਾ, ਉਹ ਕਦੇ ਝੂਠ ਨਹੀਂ ਬੋਲਦਾ, ਉਹ ਕਦੇ ਘਟ ਨਹੀਂ ਤੋਲ ਸਕਦਾ, ਉਹ ਕੋਈ ਹੇਰਾ ਫੇਰੀ ਨਹੀਂ ਕਰ ਸਕਦਾ, ਉਹ ਆਪਣੀ ਡਿਊਟੀ ਵਿੱਚ ਕੁਤਾਹੀ ਨਹੀਂ ਕਰ ਸਕਦਾ, ਉਹ ਨਿਆਂ ਦੀ ਕੁਰਸੀ ਉੱਪਰ ਬਹਿ ਕੇ ਅਨਿਆਏ ਨਹੀਂ ਕਰ ਸਕਦਾ। ਇਹ ਬੁਰਾਈਆਂ ਉਸੇ ਪੁਰਸ਼ ਵਿੱਚ ਆਉਂਦੀਆਂ ਹਨ ਜੋ ਸਮਝੇ ਕਿ ਉਸ ਉੱਪਰ ਕੋਈ ਡੰਡਾ ਨਹੀਂ, ਉਸ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ, ਭਾਵ ਉਸ ਦਾ ਕੋਈ ਮਾਲਕ ਹੀ ਨਹੀਂ, ਉਹਨੂੰ ਕਿਸੇ ਦਾ ਭੌ ਨਹੀਂ, ਡਰ ਨਹੀਂ। ਯਾਦ ਰੱਖਣਾ, ਇਸ ਅਸ਼ਟਪਦੀ ਵਿੱਚ ਅਜਿਹੇ ਉੱਚੇ ਤੇ ਸੁੱਚੇ ਤਨੋ ਮਨੋ ਕੀਤੇ ਹੋਏ ਪਾਖੰਡ ਰਹਿਤ ਸਿਮਰਨ ਦੀ ਮਹਾਨਤਾ ਦਾ ਵਰਣਨ ਕੀਤਾ ਗਿਆ ਹੈ। ਇਸ ਤਰ੍ਹਾਂ
ਗੁਰਬਾਣੀ ਵਿੱਚ ਥਾਂ ਥਾਂ ਨਾਮ ਸ਼ਬਦ ਦਾ ਜ਼ਿਕਰ ਆਉਂਦਾ ਹੈ। ਕਿਧਰੇ ਪ੍ਰਭੂ ਕੋਲੋਂ ਨਾਮ ਦੀ ਦਾਤ ਮੰਗੀ ਗਈ ਹੈ, ਕਿਧਰੇ ਨਾਮ ਦੀ ਮਹਿਮਾ ਕੀਤੀ ਗਈ ਹੈ ਅਤੇ ਕਿਧਰੇ ਨਾਮ ਮੰਨਣ ਦਾ ਉਪਦੇਸ਼ ਦਿੱਤਾ ਗਿਆ ਹੈ। ਜਿਹਾ ਕਿ ਥਾਂ ਥਾਂ ਤੇ ਵੀ ਤੁਸੀਂ ਗੁਰਬਾਣੀ ਵਿੱਚ ਪੜ੍ਹੋਗੇ। ਗੁਰੂ ਰਾਮਦਾਸ ਮਹਾਰਾਜ ਜੀ ਵੀ ਬਖਸ਼ਿਸ਼ ਕਰਦੇ ਨੇ, ਨਾਮ ਜਪੋ ਨਾਮੇ ਸੁਖ ਪਾਵੋ, ਨਾਮ ਰੱਖੋ ਗੁਰਮਤਿ ਮਨ ਚੀਤ। ਇਸੇ ਤਰ੍ਹਾਂ ਇਸ ਅਸ਼ਟਪਦੀ ਵਿੱਚ ਵੀ ਤੁਸੀਂ ਵੇਖੋਗੇ, ਪੜ੍ਹੋਗੇ ਅੱਗੇ ਚੱਲ ਕੇ ਸਤਿਗੁਰੂ ਜੀ ਨਾਮ ਦੇ ਉਪਦੇਸ਼ ਨੂੰ ਮੰਨਣ ਦੀ ਗੱਲ ਕਰ ਰਹੇ ਨੇ। ਇਹ ਨਾਮ ਸ਼ਬਦ ਤੋਂ ਵਾਹਿਗੁਰੂ ਦੀ ਕਿਸੇ ਨਾਂ ਭਾਵ ਨੇਮ ਦੀ ਮੁਰਾਦ ਨਹੀਂ। ਸੱਚ ਪੁੱਛੋ ਤਾਂ ਉਸ ਪ੍ਰਭੂ ਦਾ, ਉਸ ਵਾਹਿਗੁਰੂ ਦਾ ਨਾਂ ਤਾਂ ਅੱਜ ਤੱਕ ਕੋਈ ਨਾਮ ਰੱਖ ਸਕਿਆ ਹੈ ਅਤੇ ਨਾ ਹੀ ਕੋਈ ਵਿਅਕਤੀ ਉਸ ਦਾ ਨਾਮ ਰੱਖਣ ਦੀ ਸਮਰੱਥਾ ਰੱਖਦਾ ਹੈ। ਕਿਸੇ ਪੁਰਸ਼ ਜਾਂ ਚੀਜ਼ ਦਾ ਨਾਮ ਉਸ ਦਾ ਜਨਕ ਪਿਤਾ ਰੱਖਦਾ ਹੈ। ਜਿਵੇਂ ਪਿਤਾ ਦਾ ਨਾਮ ਅੱਜ ਤੱਕ ਕਿਸੇ ਪੁੱਤਰ ਨੇ ਨਹੀਂ ਰੱਖਿਆ, ਤਿਵੇਂ ਰਚਨਹਾਰ ਦਾ ਨਾਮ ਉਸ ਦੀ ਰਚਨਾ ਨਹੀਂ ਰੱਖ ਸਕਦੀ। ਹਾਂ, ਜਿਵੇਂ ਅਸੀਂ ਕਿਸੇ ਬੰਦੇ ਨੂੰ ਜਿਸ ਦਾ ਨਾਮ ਨਾ ਜਾਣਦੇ ਹੋਈਏ ਤਾਂ ਅਸੀਂ ਉਸ ਨੂੰ ਉਸ ਦੇ ਕਿਸੇ ਗੁਣ ਜਾਂ ਕਰਮ ਅਰਥਾਤ ਪੇਸ਼ੇ ਦੇ ਆਧਾਰ ਉੱਤੇ ਕਿਸੇ ਨੂੰ ਗ੍ਰੰਥੀ ਜੀ ਕਹਿੰਦੇ ਆ, ਪਹਿਲਵਾਨ ਜੀ ਕਹਿੰਦੇ ਆ, ਡਾਕਟਰ ਸਾਹਿਬ ਕਹਿ ਦਿੰਦੇ ਆ, ਕਹਿ ਕੇ ਬੁਲਾ ਰਹੇ, ਸੁਨਿਆਰ ਕਹਿ ਕੇ, ਲੋਹਾਰ ਕਹਿ ਕੇ ਬੁਲਾ ਰਹੇ। ਤਿਵੇਂ ਨਿਰੰਕਾਰ, ਦਿਆਲੂ, ਅੰਤਰਜਾਮੀ ਆਦਿ ਵੀ ਉਸ ਪਿਤਾ ਦੇ ਨਾਮ ਹੀ ਹਨ, ਬਲਕਿ ਉਸ ਦੇ ਗੁਣ ਹਨ। ਇਹ ਉਸ ਦੇ ਨਾਮ ਨਹੀਂ। ਨਿਰੰਕਾਰ, ਦਿਆਲੂ, ਅੰਤਰਜਾਮੀ, ਰਹੀਮ, ਕਰੀਮ, ਗੋਬਿੰਦ, ਗੋਪਾਲ, ਇਹ ਤੇ ਉਸ ਦੇ ਗੁਣਵਾਚਕ ਨਾਮ ਨੇ। ਤਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਬਖਸ਼ਿਸ਼ ਕਰਦੇ ਨੇ। ਉਹਨਾਂ ਨੇ ਵੀ ਜਾਪ ਸਾਹਿਬ ਦੇ ਵਿੱਚ ਆਰੰਭ ਵਿੱਚ ਹੀ ਲਿਖ ਦਿੱਤਾ, ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। ਮੇਰੇ ਮਾਲਕ, ਮੈਂ ਤੇਰੇ ਕਿੰਨੇ ਕੁ ਨਾਮ ਬਖਿਆਨ ਕਰਾਂ। ਸਤਿਗੁਰੂ, ਤੇਰੇ ਨਾਮ ਹੈ ਪਰਮੇਸ਼ਵਰ ਵਰਣਨ ਹੀ ਨਹੀਂ ਹੋ ਸਕਦੇ। ਤੇਰੇ ਬੇਅੰਤ ਨਾਮ ਨੇ, ਬੇਅੰਤ ਗੁਣ ਨੇ। ਔਰ ਤੁਸੀਂ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਦੇ ਵਿੱਚ ਇੱਕ ਦਿਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੀ ਜੀ ਨੇ ਦੱਸਿਆ ਸੀ, ਉਦੋਕੇ ਸਾਹਿਬ ਦਾ ਕਹਿਣਾ ਕਿ 836 ਨਾਂ, ਗੁਣਵਾਚਕ ਨਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਪ ਸਾਹਿਬ ਵਿੱਚ ਦਰਜ ਕੀਤੇ ਨੇ। ਹਾਂ, ਸਤਿਗੁਰੂ ਜੀ ਦੀ ਰਚਨਾ ਵਿੱਚ ਇਹ ਗੱਲ ਜ਼ਰੂਰ ਮਿਲਦੀ ਹੈ ਕਿ ਕਿਰਤਮ ਨਾਮ ਕਥੇ ਤੇਰੇ ਜੇਵਾ, ਸਤਨਾਮ ਤੇਰਾ ਪਰਾਪੂਰ ਬਲਾ। ਸੋ ਗੁਰੂ ਸਵਾਰਿਓ, ਗੁਰਬਾਣੀ ਵਿੱਚ ਆਏ ਨਾਮ ਸ਼ਬਦ ਨੂੰ 4 ਮੁੱਖ ਅਰਥਾਂ ਵਿੱਚ ਵਰਤਿਆ ਗਿਆ ਹੈ। ਨੰਬਰ 1, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ। ਇੱਥੇ ਨਾਮ ਦਾ ਅਰਥ ਹੈ ਸ਼ਕਤੀ। ਹੇ ਦਾਤਾਰ, ਮੈਨੂੰ ਆਪਣੀ ਸ਼ਕਤੀ ਦੇ ਕਿ ਮੈਂ ਰਾਤ ਦਿਨ ਭਾਵ ਹਰ ਦੁੱਖ ਸੁੱਖ ਵਿੱਚ ਤੇਰੇ ਗੁਣ ਗਾਉਂਦਾ ਰਹਾ। ਨੰਬਰ 2, ਨਾਮ ਦਾ ਅਰਥ ਹੈ ਹੁਕਮ। ਜਿਵੇਂ ਗੁਰੂ ਨਾਨਕ ਦੇਵ ਜੀ ਆਪ ਫਰਮਾਉਂਦੇ ਹਨ ਕਿ ਏਕੋ ਨਾਮ ਹੁਕਮ ਹੈ, ਪਾਓ ਸਤਿਗੁਰੂ ਜੀ ਨੇ ਕਿਹਾ ਉਸ ਪਰਮੇਸ਼ਵਰ ਦਾ ਨਾਮ ਹੀ ਹੁਕਮ ਹੈ। ਦੂਜਾ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ। ਇਹ ਵੀ ਰੱਬ ਜੀ ਦੇ ਹੁਕਮ ਦੀ ਗੱਲ ਹੈ। ਨਾਮ ਕੇ ਧਾਰੇ ਆਕਾਸ ਪਤਾਲ, ਉਸਦੇ ਹੁਕਮ ਦੇ ਅਨੁਸਾਰ ਹੀ ਇਹ ਆਕਾਸ਼ ਅਤੇ ਪਤਾਲ ਬਣੇ ਹਨ। ਤੀਜੀ ਗੱਲ ਹੈ, ਨਾਮ ਦਾ ਅਰਥ ਹੈ ਨਾਮੀ, ਅਰਥਾਤ ਉਹ ਵਿਅਕਤੀ ਹੈ ਜਿਸ ਦਾ ਅਸੀਂ ਧਿਆਨ ਕਰ ਰਹੇ ਹਾਂ, ਪਰ ਉਸ ਦਾ ਨਾਮ ਨਾ ਜਪਣ ਕਰਕੇ ਨਾਮ ਦਾ ਸ਼ਬਦ ਵਰਤ ਲੈਂਦੇ ਹਾਂ। ਜਿਵੇਂ ਕਿ ਸੋ ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ, ਅਤੇ ਨਾਮ ਕੇ ਧਾਰੇ ਆਕਾਸ਼ ਪਤਾਲ ਵਿੱਚ ਨਾਮ ਦਾ ਅਰਥ ਨਿਰੰਕਾਰ ਜਾਂ ਅਕਾਲ ਪੁਰਖ ਵੀ ਕੀਤਾ ਜਾ ਸਕਦਾ ਹੈ। ਕਈਆਂ ਵਿਦਵਾਨਾਂ ਨੇ ਇਸ ਤਰ੍ਹਾਂ ਵੀ ਕੀਤਾ ਹੈ। ਚੌਥੀ ਗੱਲ, ਨਾਮ ਨੂੰ ਦੈਵੀ ਗੁਣਾਂ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ ਹੈ। ਜਿਵੇਂ ਕਿ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਭਾਵ ਜੇ ਸਾਡੀ ਮਤ ਪਾਪਾਂ ਨਾਲ ਮਲੀਨ ਹੋ ਜਾਏ
ਤਾਂ ਉਸ ਦੇ ਧੋਣ ਦਾ ਇੱਕੋ ਇੱਕ ਤਰੀਕਾ ਹੈ, ਤੇ ਉਹ ਇਹ ਹੈ ਕਿ ਇਸ ਨੂੰ ਨਾਵੇਂ ਕੇ ਰੰਗ, ਦੈਵੀ ਗੁਣਾਂ ਦੇ ਰੰਗ ਨਾਲ ਰੰਗਿਆ ਜਾਵੇ। ਸੋ ਬਾਣੀ ਵਿੱਚ ਜਿੱਥੇ ਕਿਧਰੇ ਨਾਮ ਸਿਮਰਨ ਦਾ ਉਪਦੇਸ਼ ਕੀਤਾ ਗਿਆ ਹੈ, ਉਸ ਦਾ ਮਤਲਬ ਇਹ ਹੈ ਕਿ ਹੇ ਜੀਵ, ਹੇ ਜਗਿਆਸੂ, ਉਸ ਨਿਰੰਕਾਰ ਨੂੰ ਅਥਵਾ ਉਸ ਦੇ ਹੁਕਮ ਨੂੰ ਯਾਦ ਕਰਕੇ ਉਸ ਦੀ ਪਾਲਣਾ ਕਰ। ਹੇ ਜੀਵ, ਉਸ ਨਿਰੰਕਾਰ ਦੇ ਗੁਣਾਂ ਜਾਂ ਉਪਕਾਰਾਂ ਨੂੰ ਯਾਦ ਰੱਖ ਤੇ ਉਸ ਦਾ ਧੰਨਵਾਦ ਕਰ, ਉਹਦਾ ਸ਼ੁਕਰਾਨਾ ਕਰ। ਹੇ ਜੀਵ, ਉਸ ਨਿਰੰਕਾਰ ਦੀ ਸ਼ਕਤੀ ਦਾ ਧਿਆਨ ਰੱਖ ਤੇ ਉਸ ਕੋਲੋਂ ਡਰ, ਉਹਦਾ ਭੈ, ਉਹਦਾ ਅਦਬ ਕਰ, ਉਹਦਾ ਅਦਬ ਸਤਿਕਾਰ ਆਪਣੇ ਮਨ ਵਿੱਚ ਰੱਖ। ਸੋ ਸਤਿਗੁਰੂ ਜੀ ਨੇ ਇਸ ਅਸ਼ਟਪਦੀ ਦੇ ਵਿੱਚ ਨਾਮ ਸਿਮਰਨ ਦੀ ਜਿਹੜੀ ਵਿਆਖਿਆ ਹੈ ਉਹ ਕੀਤੀ ਹੈ। ਪਹਿਲੇ ਆਰੰਭਕ ਬੋਲ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋਂ। ਧਿਆਨ ਰੱਖਣਾ ਇੱਥੇ ਕਿ ਇਹਦਾ ਪਾਠ ਸਿਮਰੋ ਨਹੀਂ ਕਰਨਾ। ਜੇ ਸਿਮਰੋ ਕਰਾਂਗੇ ਵੀ ਤੁਸੀਂ ਸਿਮਰ ਲਓ ਤੇ ਤੁਸੀਂ ਸੁਖ ਪ੍ਰਾਪਤ ਕਰ ਲਓ, ਨਹੀਂ। ਸਿਮਰੋਂ ਫਸਟ ਪਰਸਨ ਵਿੱਚ ਉਚਾਰਨ ਕੀਤਾ, ਮੈਂ ਸਿਮਰਾਂ, ਤੇ ਉਸ ਨੂੰ ਸਿਮਰ ਸਿਮਰ ਕੇ ਚੇਤੇ ਕਰਕੇ ਉਹਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਮੈਂ ਆਪਣੇ ਸਾਰੇ ਕਲਾ ਕਲੇਸ਼ ਜਿਹੜੇ ਨੇ ਉਹ ਮਿਟਾ ਲਵਾਂ, ਜਿਹਦੀ ਵਿਆਖਿਆ ਆਪਾਂ ਪਿੱਛੇ ਸਰਵਣ ਕੀਤੀ ਹੈ। ਇਸੇ ਪਹਿਲੀ ਅਸ਼ਟਪਦੀ ਦੇ ਵਿੱਚ ਰਾਹੋ ਵਾਲਾ ਬੰਦ ਆਉਂਦਾ ਹੈ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਜਨੋ, ਕਿ ਉਹ ਪ੍ਰਭੂ ਅੰਮ੍ਰਿਤ ਸਦਾ ਅਟਲ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਭਾਵ ਉਸ ਦੇ ਗੁਣ ਵੀ ਸਦਾ ਅਟਲ ਰਹਿਣ ਵਾਲੇ ਹਨ, ਅਤੇ ਉਹ ਸੁੱਖਾਂ ਦੀ ਮਣੀ ਅਰਥਾਤ ਸੁੱਖਾਂ ਦਾ ਸੋਮਾ ਹਨ। ਉਹਦੇ ਜਿਹੜੇ ਗੁਣ ਨੇ, ਉਹਦਾ ਜਿਹੜਾ ਨਾਮ ਹੈ ਉਹ ਸੁੱਖਾਂ ਦਾ ਸੋਮਾ ਹੈ, ਅਤੇ ਭਗਤ ਜਨਾਂ ਦੇ ਹਿਰਦੇ ਇਹਨਾਂ ਗੁਣਾਂ ਦਾ ਨਿਵਾਸ ਸਥਾਨ ਹਨ। ਅਰਥਾਤ ਇਹ ਦੈਵੀ ਗੁਣ ਜਿਨ੍ਹਾਂ ਨੂੰ ਧਾਰਨ ਕਰਕੇ ਜੀਵ ਅਮਰ ਜਾਂ ਸੁਖੀ ਹੋ ਜਾਂਦਾ ਹੈ, ਕੇਵਲ ਭਗਤਾਂ ਜਾਂ ਪ੍ਰਭੂ ਪਿਆਰਿਆਂ ਵਿੱਚ ਹੀ ਮਿਲਦੇ ਹਨ। ਆਪ ਜੀ ਬੇਅੰਤ ਵਾਰ ਗੁਰਬਾਣੀ ਵਿੱਚ ਇਹ ਪੰਕਤੀਆਂ ਪੜ੍ਹਦੇ ਹੋ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਪ੍ਰਭੂ ਸਿਮਰ ਕੇ ਕੀ ਕੁਝ ਹੋ ਜਾਂਦਾ ਹੈ, ਪ੍ਰਭੂ ਦੇ ਸਿਮਰਨ ਨਾਲ ਜੀਵਨ ਵਿੱਚ ਕੀ ਤਬਦੀਲੀਆਂ ਹੋ ਜਾਂਦੀਆਂ ਨੇ, ਕੀ ਪ੍ਰਾਪਤੀਆਂ ਹੋ ਜਾਂਦੀਆਂ ਨੇ, ਕਿਹਨਾਂ ਕਿਹਨਾਂ ਦਾ ਨਾਸ ਹੋ ਜਾਂਦਾ ਹੈ, ਉਹ ਹੁਣ ਅੱਗੇ ਵਿਸਥਾਰ ਸਹਿਤ ਸਤਿਗੁਰੂ ਜੀ ਨੇ ਦੱਸਿਆ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨ ਸਹਿ। ਇਹਦੇ ਅਰਥ ਆਪ ਜੀ ਸੌਖੇ ਰੂਪ ਵਿੱਚ ਹੀ ਜਿਹੜਾ ਆਪ ਜੀ ਨੂੰ ਸਮਝ ਆ ਜਾਣਗੇ ਜਦੋਂ ਤੁਸੀਂ ਵਿਸਰਾਮ ਸਹਿਤ ਪੜੋਗੇ। ਰੁਕਣਾ ਹੈ ਪ੍ਰਭ ਕੈ, ਪ੍ਰਭੂ ਦੇ ਸਿਮਰਨ ਦੁਆਰਾ, ਪ੍ਰਭੂ ਦੇ ਸਿਮਰਨ ਦੁਆਰਾ ਕੀ ਹੋ ਜਾਏਗਾ, ਇਹ ਗੱਲ ਜਿਹੜੀ ਹੈ ਫਿਰ ਸੌਖੇ ਰੂਪ ਵਿੱਚ ਸਮਝ ਆ ਜਾਏਗੀ ਕਿ ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਗਨ ਨ ਲਾਗੈ, ਪ੍ਰਭ ਕੈ ਸਿਮਰਨ ਅੰਦਿਨ ਜਾਗੈ। ਇਸ ਤਰ੍ਹਾਂ ਇਹ ਅਸ਼ਟਪਦੀ ਦਾ ਪਾਠ ਆਪ ਜੀ ਨੇ ਸਾਰਿਆਂ ਨੇ ਪੜ੍ਹ ਲੈਣਾ ਹੈ, ਜਿਹਦੀ ਵਿਆਖਿਆ ਆਪ ਜੀ ਨੇ ਜਿਹੜਾ ਹੈ ਉਹ ਸਰਵਣ ਕੀਤੀ ਹੈ। ਤੇ ਗੁਰਦੇਵ ਪਾਤਸ਼ਾਹ ਜੀ ਫਿਰ ਬਖਸ਼ਿਸ਼ ਕਰਨੇ ਅਖੀਰ ਵਿੱਚ ਕਹਿੰਦੇ ਨੇ ਕਿ ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਹੇ ਦਾਤਾ, ਹੇ ਮੇਰੇ ਮਾਲਕ ਨਿਰੰਕਾਰ, ਜਿਸ ਜੀਵ ਨੂੰ ਤੂੰ ਆਪ ਕਿਰਪਾ ਕਰਕੇ ਇਹ ਸੂਝ ਬਖਸ਼ਿਸ਼ ਕਰਦਾ ਹੈ, ਉਹ ਗੁਰਮੁਖ ਹੀ ਤੈਨੂੰ ਯਾਦ ਕਰਦਾ ਹੈ, ਚੇਤੇ ਕਰਦਾ ਹੈ। ਸੋ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਸੇਵਾ ਪ੍ਰਵਾਨ ਕਰਨੀ। ਦੇਸ਼ ਵਿਦੇਸ਼ ਤੋਂ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਬੇਅੰਤ ਹੀ ਭੁੱਲਾਂ ਹੋ ਜਾਣੀਆਂ ਉਹ ਸੁਭਾਵਿਕ ਜੀ ਗੱਲ ਹੈ। ਬਖਸ਼ਣਹਾਰ ਸਤਿਗੁਰੂ ਤੇ ਆਪ ਸੰਗਤਾਂ ਦਾ ਸੜੇ ਨੂੰ ਬਖਸ਼ ਲੈਣਾ ਜੀ। ਕੱਲ ਇੱਕ